ਮੇਰਾ ਵਿਸ਼ਾ ਹੈਗਾ ਜੀ ਲਾਲ ਸਿੰਘ ਦਿਲ ਦੀ ਕਵਿਤਾ ਦੇ ਵਿੱਚ ਜਿਹੜਾ ਹਾਸ਼ੀਆਕ੍ਰਿਤ ਲੋਕ ਨੇ ਉਹਨਾਂ ਦਾ ਭਾਸ਼ਾਈ ਪ੍ਰਵਚਨ। ਉਹਦੇ 'ਚ ਮੈਂ 3 ਪਾਰਟ ਬਣਾਏ ਨੇ। ਇੱਕ ਤਾਂ ਇਹ ਹੈ ਕਿ ਇਸ ਤਰ੍ਹਾਂ ਦਾ ਜਿਹੜਾ ਵੈਕਿਊਮ ਪੈਦਾ ਹੋਇਆ ਪੋਇਟਰੀ ਦੇ ਵਿੱਚ ਉਹਦੇ ਕੀ ਕਾਰਨ ਸੀ। ਇਤਿਹਾਸਕ ਤੌਰ 'ਤੇ ਥੋੜ੍ਹੀਆਂ ਕਿਤਾਬਾਂ ਪੜ੍ਹੀਆਂ ਮੈਂ, ਉਹਨੂੰ ਦੇਖਿਆ ਕਿ ਕਿਸ ਤਰ੍ਹਾਂ ਦੇ ਇਹਨਾਂ ਦੇ ਜਿਹੜੇ ਜ਼ਮੀਨੀ ਹਾਲਾਤ ਸੀ। ਉਸ ਤੋਂ ਬਾਅਦ ਜਿਹੜੀਆਂ ਕਵਿਤਾਵਾਂ ਦੀਆਂ ਕਿਤਾਬਾਂ ਨੇ, ਸਤਲੁਜ ਦੀ ਹਵਾ, ਸੱਥਰ ਅਤੇ ਬਹੁਤ ਸਾਰੇ ਸੂਰਜ, ਉਹਨਾਂ ਦੇ ਵਿੱਚੋਂ ਕੁਛ ਗੱਲਾਂ ਕੀਤੀਆਂ ਨੇ। ਅਤੇ ਤੀਜਾ ਹੈਗਾ ਬਿੱਲਾ ਫਿਰ ਆਇਆ। ਸੋ ਉਹਦੇ ਆਧਾਰ 'ਤੇ ਮੈਂ ਥੋੜ੍ਹੀਆਂ ਜਿਹੀਆਂ ਗੱਲਾਂ ਨੇ ਜਿਹੜੀਆਂ ਇੱਥੇ ਕਰਨੀਆਂ ਨੇ। ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਇਤਿਹਾਸਕ ਤੌਰ 'ਤੇ ਜੇ ਨਿਗਾਹ ਮਾਰੀਏ ਤਾਂ ਜਿਹੜੀ ਹਾਸ਼ੀਆਕ੍ਰਿਤ ਸ਼੍ਰੇਣੀ ਹੈ ਉਹਨਾਂ ਕੋਲ ਜਿਹੜੇ ਜ਼ਮੀਨਾਂ ਨੇ ਜਾਂ ਜ਼ਮੀਨਾਂ ਦੇ ਉੱਤੇ ਹਿੱਸੇ ਨੇ ਉਹ ਬਹੁਤੇ ਨਹੀਂ ਹੈਗੇ। ਭੂਗੋਲਿਕ ਤੌਰ 'ਤੇ ਦੇਖੀਏ ਜੇ ਅਸੀਂ, ਇਹ ਵੰਨ ਸਬੰਨਤਾ ਹੈਗੀ ਆ ਭਾਰਤ ਦੇ ਵਿੱਚ ਬਹੁਤ, ਪਰ ਜਿਹੜੀ ਸਮਾਜਿਕ ਵੰਨ ਸਬੰਨਤਾ ਹੈ ਉਹ ਅਮਾਨਵੀ ਲੱਗਦੀ ਹੈ। ਇਸ ਕਰਕੇ ਮੈਂ ਇੱਥੇ ਜਿਹੜਾ ਚੀਜ਼ ਦੇਖ ਰਿਹਾ ਕਿ ਵੀ ਥੋੜ੍ਹਾ ਡਾਟਾ ਹੈ ਕਿ 2011 ਦਾ ਜਿਹੜਾ ਜਨਗਣਨਾ ਹੈਗੀ ਉਹਦੇ ਵਿੱਚ ਇੱਕ ਡਾਟਾ ਇਹ ਹੈ ਕਿ ਵੀ 53% ਲੋਕ ਨੇ ਜਿਹੜੇ ਬਿਨਾਂ ਜ਼ਮੀਨ ਕਰਕੇ ਖੁਦਕੁਸ਼ੀਆਂ ਕਰਦੇ ਨੇ। ਉਹਦੇ ਵਿੱਚ ਸਭ ਤੋਂ ਪਹਿਲਾਂ ਜ਼ਮੀਨਾਂ ਦੇ ਉੱਤੇ ਹੈ ਕਿ 2011 ਦੀ ਜਨਗਣਨਾ ਉਹਦੇ ਵਿੱਚ 31% ਲੋਕ ਨੇ ਜਿਹੜੇ ਉਹ ਦਲਿਤ ਲੋਕ ਨੇ ਅਤੇ 31 ਨੇ ਜਿਹੜੇ ਜ਼ਮੀਨਾਂ ਵਾਲੇ ਨੇ। ਸੋ ਬਰਾਬਰ ਦਾ ਹੈਗਾ। ਉਸ ਤੋਂ ਪਹਿਲਾਂ 1991 ਦਾ ਡਾਟਾ ਇਹ ਹੈ ਕਿ 0.4% ਨੇ ਜਿਹੜੇ 4% ਨੇ ਉਹ ਸਿਰਫ ਜ਼ਮੀਨ ਦੀ ਮਾਲਕੀ ਵਾਲੇ ਨੇ ਹਾਸ਼ੀਆਕ੍ਰਿਤ ਲੋਕ। ਇਸ ਕਰਕੇ ਉਹਨਾਂ ਕੋਲ ਜ਼ਮੀਨ ਹੈ ਜਿਹੜੀ ਨਾ ਮਾਤਰ ਹੈ। ਉਸ ਤੋਂ ਬਾਅਦ ਜਿਹੜੀਆਂ ਜ਼ਮੀਨਾਂ ਖੋਹੀਆਂ ਗਈਆਂ, ਸ਼ਾਮਲਟ ਜ਼ਮੀਨਾਂ ਨੇ, ਉਹਨਾਂ ਕਰਕੇ ਕਿਸ ਤਰ੍ਹਾਂ ਦਾ ਸਾਰਾ ਉਹ ਬਣਿਆ, ਕਿਸ ਤਰ੍ਹਾਂ ਦਾ ਰਿਫਲੈਕਸ਼ਨ ਉਹ ਪੋਇਟਰੀ ਦੇ ਵਿੱਚ ਨਜ਼ਰ ਆਉਂਦਾ, ਉਹ ਮੈਂ ਦੱਸ ਰਿਹਾ ਕਿ ਸਵਾਲਟਰਨ ਸ਼ਬਦ ਹੈ ਜਿਹੜਾ ਉਹਦਾ ਬ੍ਰਿਟਿਸ਼ ਜਿਹੜੇ ਰਾਜ ਦੇ ਵਿੱਚ ਕੈਪਟਨ ਰੈਂਕ ਤੋਂ ਥੱਲੇ ਦੇ ਜਿਹੜੇ ਲੋਕ ਸੀ ਉਹਨਾਂ ਦੇ ਲਈ ਇਹਦਾ ਇਸਤੇਮਾਲ ਕੀਤਾ ਜਾਂਦਾ ਸੀ। ਸੋ ਇੱਕ ਇਸ਼ਾਰਾ ਹੈ ਕਿ ਇਹਦੇ ਵਿੱਚ ਉੱਚੇ ਅਤੇ ਨੀਵੇਂ ਦਾ ਇੱਕ ਜਿਹੜਾ ਵਖਰੇਮ ਹੈ ਉਹ ਸ਼ਬਦ ਆਪਣੇ ਆਪ 'ਚ ਦੱਸ ਰਿਹਾ ਹੈ। ਦੂਜਾ ਇਹ ਹੈ ਕਿ ਵੀ ਰੌਣਕੀ ਰਾਮ ਸਰ ਕਹਿ ਰਹੇ ਨੇ ਕਿ ਵੀ ਜਿਹੜੀ 1901 ਦਾ ਜਿਹੜਾ ਲੈਂਡ ਐਲੀਨੇਸ਼ਨ ਐਕਟ ਸੀ ਉਹਦੇ ਰਾਹੀਂ ਜਿਹੜਾ ਉਹਨਾਂ ਨੂੰ ਹੋਰ ਦੂਸਰੀ ਗੈਰ ਪ੍ਰਧਾਨ ਜਾਤਾਂ ਨਾਲ ਜ਼ਮੀਨ ਦੀ ਮਾਲਕੀ ਦੇ ਅਧਿਕਾਰ ਤੋਂ ਵੰਚਿਤ ਕੀਤਾ ਹੋਇਆ ਸੀ। ਹੋਰ ਤਾਂ ਹੋਰ ਜਿਸ ਥਾਂ ਉੱਤੇ ਉਹ ਰਹਿੰਦੇ ਸਨ ਉਹਨਾਂ ਪਲਾਟਾਂ ਉੱਤੇ ਵੀ ਇਹਨਾਂ ਦੀ ਮਾਲਕੀ ਨਹੀਂ ਸੀ। ਉਹਨਾਂ ਪਲਾਟਾਂ ਉੱਤੇ ਸਿਰਫ ਕੋਠਾ ਪਾਉਣ ਦੀ ਇਜਾਜ਼ਤ ਹੀ ਇਹਨਾਂ ਵਰਗਾਂ ਨੂੰ ਸੀ ਜਿਨ੍ਹਾਂ ਦੀ ਮਾਲਕੀ ਪਿੰਡ ਦੇ ਜ਼ਿਮੀਂਦਾਰਾਂ ਦੇ ਨਾਂ ਸੀ। ਇਸ ਪ੍ਰਬੰਧ ਨੂੰ ਰਾਇਤਨਾਮਾ ਕਹਿੰਦੇ ਸਨ। ਸੋ ਇਸ ਆਧਾਰ 'ਤੇ ਅਸੀਂ ਕਹਿ ਸਕਦੇ ਹਾਂ ਕਿ ਵੀ ਜਿਸ ਕਲਾਸ ਨੂੰ ਜਾਂ ਜਿਸ ਵਰਗ ਨੂੰ ਜ਼ਮੀਨ ਨਾ ਹੋਵੇ ਅਤੇ ਉਹਨੂੰ ਘਰ ਪਾਉਣ ਦੀ ਵੀ ਇਜਾਜ਼ਤ ਨਾ ਹੋਵੇ, ਉਹਦੇ ਵਿੱਚ ਜਿਹੜਾ ਕਿਸ ਤਰ੍ਹਾਂ ਦੇ ਵਖਰੇਵੇਂ ਨੇ ਉਹ ਦੇਖਣ ਵਾਲੇ ਨੇ। 20ਵੀਂ ਸਦੀ ਦੇ 70ਵੇਂ ਦਹਾਕੇ ਵਿੱਚ ਹਾਸ਼ੀਆਕ੍ਰਿਤ ਲੋਕਾਂ ਦੀ ਸਥਿਤੀ ਦੇ ਨਿਰੰਤਰ ਨਿਗਾਰ ਦੇਖੇ ਜਾ ਸਕਦੇ ਨੇ। ਇਸ ਦੇ ਆਧਾਰ 'ਤੇ ਹਰਾ ਇਨਕਲਾਬ ਵੀ ਇੱਕ ਮੁੱਖ ਕਾਰਨ ਰਿਹਾ। ਇੱਕ ਇਨਕਲਾਬ ਤੋਂ ਪਹਿਲਾਂ ਇਸ ਇਨਕਲਾਬ ਤੋਂ ਪਹਿਲਾਂ ਹਾਸ਼ੀਆਕ੍ਰਿਤ ਵਰਗ ਵਿੱਚ ਆਪਣੇ ਮੂਲ ਜਿਹੜੇ ਪੁਸ਼ਤੈਨੀ ਧੰਦੇ ਸੀ ਉਹ ਕਰਦੇ ਸੀ, ਲੋਕ ਜੁੜੇ ਹੋਏ ਸੀ। ਅਸੀਂ ਦੇਖਦੇ ਸੀ ਕਿ ਪਿੰਡਾਂ ਦੇ ਵਿੱਚ ਕੁਝ ਲੋਕ ਸੀ ਜਿਹੜੇ ਇਹਨਾਂ ਧੰਦਿਆਂ ਨਾਲ ਤਰਖਾਣ ਰੂਪ ਦੇ ਵਿੱਚ ਜਾਂ ਕੋਈ ਭਾਂਡੇ ਬਣਾਉਣ ਦੇ ਰੂਪ ਦੇ ਵਿੱਚ ਕੰਮ ਕਰਦੇ ਸੀ। ਇਸ ਉਤਪਾਦਨ ਬਦਲਾਅ ਨੇ ਮਸ਼ੀਨੀਕਰਨ ਕਾਰਨ ਇਹਨਾਂ ਵਰਗਾਂ ਉੱਤੇ ਬੁਰਾ ਪ੍ਰਭਾਵ ਪਾਇਆ। ਇਸ ਮਸ਼ੀਨੀ ਪ੍ਰਬੰਧ ਨੇ ਜੇਕਰ ਸਭ ਤੋਂ ਪਹਿਲਾਂ ਕਿਸੇ ਵਰਗ ਨੂੰ ਢਾਹ ਲਾਈ ਤਾਂ ਉਹ ਹਾਸ਼ੀਆਕ੍ਰਿਤ ਵਰਗ ਸੀ। ਪੂੰਜੀਵਾਦੀ ਅਰਥਚਾਰੇ ਦਾ ਇਹ ਖਾਸਾ ਰਿਹਾ ਕਿ ਇਸ ਨਾਲ ਲੋਕਾਂ ਹੱਥੋਂ ਆਪਣੇ ਜੱਦੀ ਧੰਦੇ ਖੁੱਸ ਗਏ। ਇਹਨਾਂ ਧੰਦਿਆਂ ਜ਼ਰੀਏ ਇਹਨਾਂ ਵਰਗਾਂ ਦੀ ਸਮਾਜ ਵਿੱਚ ਵੱਖਰੀ ਪਛਾਣ ਸੀ। ਹਰੇ ਇਨਕਲਾਬ ਦੇ ਇਸ ਝੂਠੇ ਕਿਸਮ ਦੇ ਸੱਚ ਨੇ ਇਹਨਾਂ ਲੋਕਾਂ ਕੋਲੋਂ ਇਹ ਧੰਦੇ ਖੋਹ ਲਏ। ਇਹਨਾਂ ਵਰਗਾਂ ਦਾ ਆਰਥਿਕ ਉਜਾੜਾ ਹੋਇਆ। ਉੱਥੇ ਇਹ ਲੋਕ ਪਛਾਣ ਪੱਖੋਂ ਹਾਸ਼ੀ ਉੱਤੇ ਧੱਕੇ ਗਏ। ਸਾਰ ਰੂਪ ਵਿੱਚ ਇਹ ਸਮੁੱਚੇ ਸਮਾਜਿਕ ਅਮਲ ਵਿੱਚੋਂ ਦਰਕਨਾਰ ਅਤੇ ਅਣਗੌਲੇ ਕਰਤੇ ਗਏ। ਇਸ ਕਾਰਨ ਪਿਛਲੇ ਕੁਝ ਦਹਾਕਿਆਂ ਤੋਂ ਭਾਰਤ ਵਿੱਚ ਅਨੇਕਾਂ ਟਕਰਾਅ ਨਜ਼ਰ ਆਉਂਦੇ ਹਨ। ਇਹ ਟਕਰਾਅ ਜਾਤੀ ਪੱਧਰ 'ਤੇ, ਧਰਮ ਪੱਧਰ 'ਤੇ, ਨਸਲ ਦੇ ਪੱਧਰ 'ਤੇ ਅਤੇ ਜਿਹੜਾ ਇਹਨਾਂ ਕੰਮਾਂ ਨੂੰ ਲੈ ਕੇ ਜਿਹੜੇ ਹੈਗੇ ਨੇ ਉਹ ਵੀ ਦੇਖੇ ਜਾ ਸਕਦੇ ਨੇ। ਇਸ ਸਥਿਤੀ ਦੇ ਵਿੱਚ ਗਾਇਤਰੀ ਸਪੀਵਾਕ ਦਾ ਜਿਹੜਾ ਇੱਕ ਕੋਟ ਹੈ ਉਹ ਮੈਂ ਅੰਗਰੇਜ਼ੀ 'ਚ ਪੜ੍ਹਦਾ। ਸਵਾਲਟਨ ਇਜ਼ ਨਾਟ ਅ ਜਸਟ ਕਲਾਸੀਫਾਈ ਵਰਡ ਆਫ ਅਪਰੈਸਡ। ਇਸ ਤੋਂ ਪਹਿਲਾਂ ਦੀਆਂ ਜਿਹੜੀਆਂ ਧਾਰਨਾਵਾਂ ਸੀ ਉਹ ਕਹਿੰਦੇ ਸੀ ਵੀ ਜਿਹੜੇ ਅਪਰੈਸਡ ਲੋਕ ਨੇ ਜਾਂ ਧਿਰਾਂ ਨੇ ਉਹ ਸਵਾਲਟਨ ਨੇ, ਪਰ ਰਾਈਟਰ ਇੱਥੇ ਇਹ ਗੱਲ ਕਹਿੰਦੇ ਨੇ ਕਿ ਵੀ ਜਿਹੜਾ ਸਾਮਰਾਜੀ ਸੱਭਿਆਚਾਰ ਹੈ ਉਹਦੇ ਵਿੱਚ ਜਿਹੜੇ ਅਪਰੈਸਡ ਨੇ ਉਹ ਹਾਸ਼ੀਆਕ੍ਰਿਤ ਨਹੀਂ ਹੈਗੇ, ਕਿਉਂਕਿ ਅਪਰੈਸਡ ਕਲਾਸ ਹੈ ਜਿਹੜੀ ਉਹ ਵਰਕਿੰਗ ਕਲਾਸ ਵੀ ਹੈਗੀ ਹੈ। ਨੋ ਹੂ ਵੁੱਡ ਸੇ ਦੈਟ ਜਸਟ ਦਾ ਅਪਰੈਸਡ ਦਾ ਵਰਕਿੰਗ ਕਲਾਸ ਇਜ਼ ਅਪਰੈਸਡ, ਇਟ ਇਜ਼ ਨਾਟ ਸਵਾਲਟਰਨ। ਜਿਹੜੇ ਕੰਮ ਕਰਨ ਵਾਲੇ ਨੇ, ਜਿਹਨਾਂ ਕੋਲ ਕੁਛ ਕੰਮ ਨੇ, ਉਹ ਅਪਰੈਸਡ ਤਾਂ ਹੈਗੇ ਨੇ ਪਰ ਉਹ ਸਵਾਲਟਰ ਨਹੀਂ। ਸਵਾਲਟਰ ਕੌਣ ਨੇ? ਜਿਨ੍ਹਾਂ ਹੱਥੋਂ ਧੰਦੇ ਖੁੱਸ ਗਏ, ਜਿਨ੍ਹਾਂ ਨੂੰ ਬਿਲਕੁਲ ਸਾਈਡ 'ਤੇ ਕਰ ਦਿੱਤਾ ਗਿਆ, ਜਿਨ੍ਹਾਂ ਨੂੰ ਬਿਲਕੁਲ ਦਰਕਨਾਰ ਕੀਤਾ ਗਿਆ। ਹਾਸ਼ੀਆਕ੍ਰਿਤ ਵਰਗ ਸੰਬੰਧੀ ਇੱਕ ਪਰਿਭਾਸ਼ਕ ਟਿੱਪਣੀ ਉਪਰੰਤ ਦਲਿਤ ਸ਼੍ਰੇਣੀ ਬਾਰੇ ਵਿਚਾਰ ਕਰਦੇ ਹਾਂ। ਪੰਜਾਬ ਦੇ ਇਸ ਵਰਗ ਨੂੰ ਇੱਕ ਧਿਰ ਵਜੋਂ ਸਿਰਫ ਵੋਟ ਬੈਂਕ ਦੇ ਤੌਰ 'ਤੇ ਹੀ ਵਰਤਿਆ ਗਿਆ। ਇਸ ਦੇ ਬੁਨਿਆਦੀ ਮਸਲਿਆਂ ਵੱਲੋਂ ਮੁੱਢੋਂ ਅੱਖੋਂ ਪਰੋਖੇ ਕੀਤਾ ਗਿਆ। ਇਸ ਕਾਰਨ ਪੰਜਾਬ ਵਿੱਚ ਜ਼ਿਮੀਂਦਾਰ ਵਰਗ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ। ਸਥਿਤੀ ਉਦੋਂ ਹੋਰ ਵੀ ਸੰਕਟਮਈ ਹੁੰਦੀ ਹੈ ਜਦੋਂ ਪੰਜਾਬ ਦੀ ਸਿੱਖ ਵਿਰਾਸਤ ਜਾਂ ਇਸ ਦੇ ਨਾਇਕ ਜਾਂ ਗੁਰੂ ਇਹ ਵਰਗ ਆਪਣੇ ਕਬਜ਼ੇ
ਜਾਂ ਹੱਕ ਇਸ ਵਰਗ ਤੋਂ ਆਪਣਾ ਕਬਜ਼ਾ ਜਾਂ ਹੱਕ ਖੋਹ ਲੈਂਦਾ ਹੈ। ਨਤੀਜੇ ਵਜੋਂ ਸ਼ਹੀਦੀ ਜੋੜ ਮੇਲੇ, ਮਾਘੀ ਮੇਲੇ ਆਦਿ ਉਤਸਵਾਂ ਵਿੱਚ ਦਲਿਤ ਵਰਗ ਦੀ ਹਾਸ਼ੀਆ ਸ਼ਮੂਲੀਅਤ ਮੰਨਫੀ ਹੋ ਜਾਂਦੀ ਹੈ। ਇਹ ਵਰਗ ਰਵਿਦਾਸ ਜਯੰਤੀਆਂ ਉਤਸਵਾਂ ਨਾਲ ਹੀ ਐਸੋਸੀਏਸ਼ਨ ਫੀਲ ਕਰਦੇ ਹਨ, ਮਹਿਸੂਸ ਕਰਦੇ ਹਨ। ਇਸ ਵਿੱਚੋਂ ਇਹਨਾਂ ਵਰਗਾਂ ਦਾ ਤਬਕਾ ਡੇਰਿਆਂ ਵੱਲ ਵੀ ਜਾਂਦਾ ਹੈ। ਇਹਨਾਂ ਸਮਾਜਿਕ ਸੱਭਿਆਚਾਰਕ ਤਣਾਵਾਂ ਨੇ ਪੰਜਾਬੀ ਸਾਹਿਤ ਚਿੰਤਨ ਉੱਪਰ ਗਹਿਰਾ ਅਸਰ ਪਾਇਆ। ਜਿਹੜੀਆਂ ਇਹ ਚੀਜ਼ਾਂ ਸੀਆਂ ਜੋ ਇਸ ਤਰ੍ਹਾਂ ਦੇ ਬਦਲਾਅ ਹੋਏ ਕਿ ਜਿਹੜੀ ਇੱਕ ਖਾਸ ਤਰ੍ਹਾਂ ਦਾ ਜਿਹੜਾ ਧਰਮ ਸੀ ਜਿਹਦੇ ਉੱਤੇ ਸਾਰੇ ਲੋਕਾਂ ਦਾ ਜਿਹੜਾ ਇੱਕ ਹੱਕ ਹੋਣਾ ਚਾਹੀਦਾ ਸੀ, ਉਹ ਖਾਸ ਜ਼ਿਮੀਂਦਾਰ ਵਰਗ ਨੇ ਹੈਗੇ ਜਿਹੜਾ ਆਪਣੇ ਖੋਹ ਲਿਆ ਦੂਜਿਆਂ ਤੋਂ। ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਇਸ ਸੱਭਿਆਚਾਰ ਦੇ ਵਿੱਚ ਬਿਲਕੁਲ ਵੀ ਫਿੱਟ ਨਹੀਂ ਬੈਠਦੇ। ਹਾਸ਼ੀਆ ਕੀ ਤਲਕਾਈ ਦੇ ਭਾਸ਼ਾਈ ਪ੍ਰਵਚਨ ਤਹਿਤ ਲਾਲ ਸਿੰਘ ਦਿਲ ਦੀ ਕਵਿਤਾ 2 ਆਧਾਰਾਂ ਉੱਤੇ ਮੁੱਖ ਹੈ। ਪਹਿਲਾ ਆਧਾਰ ਸਤਲੁਜ ਦੀ ਹਵਾ, ਬਹੁਤ ਸਾਰੇ ਸੂਰਜ, 70 ਕਾਵਿ ਸੰਗ੍ਰਹਿ ਹਨ। ਇਹਨਾਂ ਸੰਗ੍ਰਹਿਆਂ ਵਿੱਚ ਜੁਝਾਰਵਾਦੀ ਵਿਚਾਰਤਕ ਸੰਵਾਦ ਦੀ ਤਿੱਖੀ ਧੁਨ ਵੀ ਦਿਖਾਈ ਦਿੰਦੀ ਹੈ। ਦੂਜਾ ਪੜਾਅ ਬਿੱਲਾ ਫਿਰ ਆਇਆ ਨਾਲ ਲੰਮੀ ਬਿਰਤਾਂਤਕ ਕਵਿਤਾ ਪੇਸ਼ ਕਰਦਾ ਹੈ। ਲਾਲ ਸਿੰਘ ਦਿਲ ਆਪਣੇ ਭਾਸ਼ਾਈ ਪ੍ਰਵਚਨ ਵਿੱਚ ਖਾਸ ਇਤਿਹਾਸਕ ਚੇਤਨਾ ਰਾਹੀਂ ਸਮਾਜ ਦੇ ਪਰੰਪਰਾਗਤ ਸੰਕਲਪਾਂ ਨੂੰ ਪੁਨਰ ਪ੍ਰਵਾਸ਼ਿਤ ਕਰਦੇ ਹਨ। ਇਹ ਕਿਹੜੇ ਸੰਕਲਪ ਨੇ? ਜਿਹਦੇ ਵਿੱਚ ਇੱਕ ਤਾਂ ਇਹ ਸੀ ਕਿ ਜਿਹੜਾ ਸਾਡਾ ਨਾਇਕ ਸੀ ਉਹ ਖਾਸ ਤਰ੍ਹਾਂ ਦੇ, ਜਿਵੇਂ ਦੁੱਲਾ ਭੱਟੀ ਹੈ ਜਾਂ ਸ਼ਹੀਦ ਭਗਤ ਸਿੰਘ ਹੈ, ਉਸ ਤਰ੍ਹਾਂ ਦੇ ਨਾਇਕ ਸੀ। ਲਾਲ ਸਿੰਘ ਦਿਲ ਆਪਣੀ ਕਾਵਿ ਭਾਸ਼ਾ ਰਾਹੀਂ ਉਹਨਾਂ ਨਾਇਕਾਂ ਨੂੰ ਤੋੜ ਕੇ ਇੱਕ ਨਵਾਂ ਕਿਸਮ ਦੇ ਨਾਇਕ ਨੇ ਜਿਹੜੇ ਉਹ ਪੇਸ਼ ਕਰਦੇ ਨੇ। ਉਹ ਕਿਹੜੇ ਨਾਇਕ ਨੇ? ਜਿਹੜੇ ਹਾਸ਼ੀਆਕ੍ਰਿਤ ਵਰਗ ਦੇ ਵਿੱਚ ਕੋਈ ਪਿੰਡ ਦਾ ਕਰੈਕਟਰ ਹੈ, ਪਾਤਰ ਹੈ, ਜਾਂ ਕੋਈ ਕੰਮ ਧੰਦੇ ਨਾਲ ਜੁੜਿਆ ਹੋਇਆ। ਇਹ ਇਸ ਸਮੇਂ ਦੌਰਾਨ ਪੰਜਾਬ ਵਿੱਚ ਧਾਰਮਿਕ ਅਤੇ ਰਾਜਨੀਤਿਕ ਲਹਿਰਾਂ ਵੀ ਚੱਲਦੀਆਂ ਹਨ। ਲੇਖ ਇਤਿਹਾਸਕ ਦ੍ਰਿਸ਼ਟੀਕੋਣ ਤੋਂ ਵਿਲੱਖਣਤਾ ਇਹ ਹੈ ਕਿ ਉਹ ਪ੍ਰਚਲਿਤ ਕਥਾਵਾਂ, ਮਿੱਥਾਂ, ਸੰਕਲਪਾਂ ਨੂੰ ਆਪਣੀ ਸੂਖਮ ਕਲਾਤਮਕ ਭਾਸ਼ਾ ਵਿੱਚ ਢਾਲਦਾ ਹੈ। ਵੇਸਵਾਵਾਂ, ਤਰੀਮਤਾਂ, ਕਵਿਤਾਵਾਂ ਆਦਿ ਹਾਸ਼ੀਆਕ੍ਰਿਤ ਵਰਗ ਦੇ ਕੌੜੇ ਜਥਾਰ ਦਾ ਪ੍ਰਮਾਣ ਬਣਦੀਆਂ ਹਨ। ਇਸ ਸੰਬੰਧੀ ਵਿਦਵਾਨ ਹਰਭਜਨ ਸਿੰਘ ਦਾ ਕਥਨ ਹੈ ਕਿ ਲਾਲ ਸਿੰਘ ਇਸੇ ਕਰੜੇ ਤੇ ਕੌੜੇ ਪੱਖ ਦਾ ਬੁਲਾਰਾ ਹੈ। ਡਾਕਟਰ ਹਰਭਜਨ ਸਿੰਘ ਇਸ ਗੱਲ ਨੂੰ ਕੋਟ ਕਰਦੇ ਨੇ ਕਿ ਲਾਲ ਸਿੰਘ ਦਿਲ ਜਿਹੜੇ ਕੌੜੇ ਜਿਹੜੇ ਵਰਤਾਰੇ ਨੇ ਜਾਂ ਉਹਨਾਂ ਦੇ ਹਾਸ਼ੀਆਕ੍ਰਿਤ ਲੋਕਾਂ ਨਾਲ ਸੰਬੰਧਿਤ ਨੇ, ਉਹਨਾਂ ਦੀ ਗੱਲ ਕਰ। ਦਿਲ ਦੀ ਕਵਿਤਾ ਦੇ ਵਿਭਿੰਨ ਪਸਾਰਾਂ ਵਿੱਚੋਂ ਇੱਕ ਗੱਲ ਹੋਰ ਸਾਹਮਣੇ ਆਉਂਦੀ ਹੈ ਕਿ ਕਵੀ ਇਹਨਾਂ ਵਿੱਚੋਂ ਪਾਤਰਾਂ ਦੇ ਕੰਮਾਂ ਧੰਦਿਆਂ ਜ਼ਰੀਏ ਨਾਇਕ ਉਸਾਰੀ ਕਰਦਾ ਹੈ। ਨਾਗ ਲੋਕ, ਵੇਸਵਾਵਾਂ, ਕੁੜੈਲੇ ਪਿੰਡ ਦੀਆਂ ਵਾਸਨਾ ਇਸ ਦੀ ਮਿਸਾਲ ਹਨ। ਹੀਜੜੇ ਕਵਿਤਾ ਇਸ ਗੱਲ ਦਾ ਸੰਕੇਤ ਹੈ ਕਿ ਭਾਰਤੀ ਲੋਕਾਂ ਵਿੱਚ ਰੂੜ ਧਾਰਨਾਵਾਂ ਅਤੇ ਅੰਧ ਵਿਸ਼ਵਾਸ ਦੀ ਭਰਮਾਰ ਹੈ। ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਮਨੁੱਖ ਦਾ ਵਜੂਦ ਕੀ ਸਿਰਫ ਉਤਪਾਦਕਤਾ ਨਾਲ ਜੋੜ ਕੇ ਹੀ ਦੇਖਿਆ ਜਾਣਾ ਚਾਹੀਦਾ ਹੈ? ਜੋ ਲੋਕ ਉਤਪਾਦਨ ਦੇ ਸੋਰਸਾਂ ਨਾਲ ਜੁੜੇ ਹੋਏ ਨੇ, ਕੀ ਉਹੀ ਮਨੁੱਖ ਨੇ? ਇਸ ਦੇ ਆਧਾਰ 'ਤੇ ਇੱਕ ਸ਼ਾਮ ਰੰਗ ਕਵਿਤਾ ਹੈ ਲਾਲ ਸਿੰਘ ਦਿਲ ਦੀ। ਉਹ ਬਹੁਤ ਕੁਝ ਕਹਿੰਦੀ ਹੈ ਕਿ ਸ਼ਾਮ ਦਾ ਰੰਗ ਫਿਰ ਪੁਰਾਣਾ ਹੈ, ਜਾ ਰਹੇ ਨੇ ਬਸਤੀਆਂ ਤੇ ਫੁੱਟਪਾਥ, ਜਾ ਰਹੀ ਹੈ ਝੀਲ ਕੋਈ ਦਫ਼ਤਰੋਂ, ਨੌਕਰੀ ਤੋਂ ਲੈ ਕੇ ਜਵਾਬ। ਲੇਖਕ ਇਸ ਕਵਿਤਾ ਵਿੱਚੋਂ ਅਨੇਕਾਂ ਸਵਾਲ ਉਭਾਰਦਾ ਹੈ। ਗਧਿਆਂ 'ਤੇ ਬੈਠੇ ਇਹ ਕੌਣ ਲੋਕ ਹਨ ਜੋ ਆਪਣੀ ਜ਼ਮੀਨ ਦੀ ਤਲਾਸ਼ ਕਰਦੇ ਹਨ? ਇਹਨਾਂ ਲਈ ਸਭ ਕੁਝ ਗੈਰ ਹੈ। ਇਹ ਹਾਸ਼ੀਆਕ੍ਰਿਤ ਲੋਕ ਆਪਣੇ ਅਬੋਧ ਕਾਰਨ ਧਰਤੀ ਲਈ ਗੀਤ ਗਾਉਂਦੇ ਹਨ। ਪਾਤਰ ਸਾਹਿਬ ਦੀਆਂ ਇੱਕ ਲਾਈਨਾਂ ਨੇ ਕਿ ਖੂਬ ਨੇ ਝਾਂਜਰਾਂ ਗਾਉਣ ਦੇ ਲਈ, ਪਰ ਕੋਈ ਛਣਕਣ ਦੇ ਲਈ, ਕੋਈ ਚਾਹ ਤਾਂ ਦੇ ਨੱਚਣ ਦੇ ਲਈ। ਸੋ ਇਹ ਜਿਹੜਾ ਅਬੋਧ ਹੈ ਉਹਨਾਂ ਦੇ ਮਨ ਦੇ ਵਿੱਚ ਕਿ ਇਹ ਦੇਸ਼ ਉਹਨਾਂ ਦਾ, ਉਹ ਇਹਦੇ ਲਈ ਨੱਚਦੇ ਨੇ। ਪਰ ਇਹਨਾਂ ਦੇਸਾਂ ਕੌਮਾਂ ਨੇ ਇਹਨਾਂ ਲੋਕਾਂ ਨੂੰ ਕੁਝ ਨਹੀਂ ਦਿੱਤਾ। ਇਹ ਪਰਵਾਨੇ ਲੋਕ ਰੋਜ਼ ਪੁਰਾਣੀ ਸ਼ਾਮ ਦਾ ਰੰਗ ਹੰਢਾਉਂਦੇ ਨੇ। ਇਹਨਾਂ ਲਈ ਜਿਹੜੀ ਸ਼ਾਮ ਹੋਣ ਦਾ ਮਤਲਬ ਹੈਗਾ ਕਿ ਰੋਟੀ ਦੀ ਤਲਾਸ਼ ਕਰਨਾ ਜਾਂ ਰੋਟੀ ਦੇ ਸੋਰਸ ਨੇ ਜਿਹੜੇ ਜਟਾਉਣਾ। ਲਾਲ ਸਿੰਘ ਦਿਲ ਇਹਨਾਂ ਲੋਕਾਂ ਨੂੰ ਫੁੱਟਪਾਥਾਂ ਦੇ ਨਾਲ ਜਿਹੜੀ ਤੁਲਨਾ ਕਰਦੇ ਨੇ ਕਿ ਫੁੱਟਪਾਥਾਂ ਵਰਗੇ ਲੋਕ ਨੇ। ਬਸ ਇਹਨਾਂ ਦਾ ਕਰਮ ਸਮਾਜ ਦੀਆਂ ਤੌਮਤਾਂ ਅਤੇ ਝਿੜਕਾਂ ਦਾ ਭਾਰ ਢੋਣਾ ਹੈ। ਇਹਨਾਂ ਹਾਸ਼ੀਆਕ੍ਰਿਤ ਵਰਗਾਂ ਦਾ ਲਈ ਸਮਾਂ, ਸਪੇਸ ਸਭ ਕੁਝ ਬੇਮਾਨੇ ਹੈ। ਲਾਲ ਸਿੰਘ ਦਿਲ ਦੀ ਅਜਿਹੀ ਸੂਝ ਬਾਰੇ ਡਾਕਟਰ ਜੋਗਰਾਜ ਜੀ ਦੇ ਵਿਚਾਰ ਹਨ ਕਿ ਲਾਲ ਸਿੰਘ ਦਿਲ ਵਿਚਾਰਧਾਰਕ ਵਿਸ਼ਲੇਸ਼ਣ ਵਾਲੀ ਕਵਿਤਾ ਦਾ ਕਵੀ ਹੈ, ਜਿਹੜਾ ਆਪਣੀ ਚਿੰਤਨੀ ਸੂਝ ਨਾਲ ਪ੍ਰਸਥਿਤੀਆਂ ਦਾ ਵਰਣਨ ਅਤੇ ਬਿਰਤਾਂਤ ਪੇਸ਼ ਕਰਦਾ ਹੈ। ਜਿੰਨੀਆਂ ਵੀ ਕਵਿਤਾਵਾਂ ਦੇਖੀਆਂ ਅਸੀਂ, ਉਹਨਾਂ ਦੇ ਵਿੱਚ ਇੱਕ ਪ੍ਰਸਥਿਤੀਆਂ ਨੇ ਅਤੇ ਇੱਕ ਵਰਣਨ ਨੇ। ਚਾਹੇ ਨਾਮਾ ਕਵਿਤਾ ਹੈ, ਚਾਹੇ ਹੀਜੜਾ ਕਵਿਤਾ ਹੈ, ਜਾਂ ਬਿੱਲਾ ਫਿਰ ਆਇਆ ਜਿਹੜਾ ਇੱਕ ਲੰਮਾ ਬਿਰਤਾਂਤਕ ਕਵਿਤਾ ਹੈ। ਉਹਦੇ ਵਿੱਚ ਮੈਂ 2-3 ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਇਹ ਨੋਟ ਕੀਤੀਆਂ ਨੇ ਕਿ ਸੁਪਨਾ ਜਿਹੜਾ ਇੱਕ ਵਿਧੀ ਹੈ ਬਿਰਤਾਂਤ ਨੂੰ ਛੇੜਨ ਵਾਸਤੇ। ਦੂਜਾ ਸੁਪਨਾ ਇਹ ਹੈ ਕਿ ਇੱਕ ਫਰਾਇਡ ਦੀ ਜਿਹੜੀ ਥਿਊਰੀ ਆ ਉਹਦੇ ਵਿੱਚ ਅਸੀਂ ਪਹਿਲਾਂ ਇਹ ਕਿਹਾ ਗਿਆ ਕਿ ਸੁਪਨੇ ਨੇ ਜਿਹੜੇ ਉਹਨਾਂ ਦਾ ਸੱਚ ਨਾਲ ਕੋਈ ਸੰਬੰਧ ਨਹੀਂ ਹੁੰਦਾ। ਪਰ ਨਹੀਂ, ਜਦੋਂ ਸੁਚੇਤ ਰੂਪ ਦੇ ਵਿੱਚ ਅਸੀਂ ਚੀਜ਼ਾਂ ਨੂੰ ਹੰਢਾਉਂਦੇ ਹਾਂ ਅਤੇ ਉਹ ਸਾਡੇ ਅੰਦਰ ਚਲੀਆਂ ਜਾਂਦੇ ਨੇ। ਲਾਲ ਸਿੰਘ ਦਿਲ ਉਹਨਾਂ ਚੀਜ਼ਾਂ, ਉਹਨਾਂ ਸਥਿਤੀਆਂ ਨੂੰ ਹੰਢਾਉਂਦਾ ਅਤੇ ਉਹਦੇ ਅੰਦਰ ਬਹੁਤ ਤੁਰ ਤੱਕ ਪਈਆਂ ਨੇ ਅਤੇ ਉਹ ਸੁਪਨੇ ਬਣ ਕੇ, ਖਿਆਲ ਬਣ ਕੇ ਜਿਹੜੇ ਆਉਂਦੇ ਨੇ। ਉਹ ਇੱਕ ਡਾਇਲੋਗ ਹੈ, ਲੰਮਾ ਬਿਰਤਾਂਤ ਹੈ, ਜਿਹਦੇ ਵਿੱਚ ਉਹ ਵੱਖ-ਵੱਖ ਜਿਹੜੇ ਵਰਣਨ ਪੇਸ਼ ਕਰਦੇ ਨੇ। ਇਸ ਆਧਾਰ 'ਤੇ ਲਾਲ ਸਿੰਘ ਦਿਲ ਦੀ ਕਵਿਤਾ ਵਿੱਚ ਚਮਾਰ, ਘੁਮਿਆਰ, ਛਿੰਬੇ, ਤਰਖਾਣ ਆਦਿ ਨਾਇਕ ਬਣਦੇ ਹਨ। ਇਹ ਨਾਇਕਤਾ ਦੇ ਪਰੰਪਰਾਗਤ ਰੂਪ ਨੂੰ ਤੋੜ ਕੇ ਨਵੀਂ ਨਾਇਕ ਉਸਾਰੀ ਕੀਤੀ ਜਾਂਦੀ ਹੈ। ਲਾਲ ਸਿੰਘ ਦਿਲ ਦੀ ਕਵਿਤਾ ਇਹਨਾਂ ਹਵਾਲਿਆਂ ਤੋਂ ਉਸਦੇ ਸਵੈ ਦੇ ਪ੍ਰਮਾਣ ਵੀ ਮਿਲਦੇ ਹਨ। ਇਸ ਸੰਕਟ ਦੇ ਹਵਾਲੇ ਉਸਦੀ ਸਵੈ ਜੀਵਨੀ ਦਾਸਤਾਨ ਦੇ ਵਿੱਚ ਵੀ ਨੇ। ਦਾਸਤਾਨ ਦੇ ਵਿੱਚ ਕੀ ਕਰਦੇ ਨੇ ਉਹ ਕਿ ਆਪਣੇ ਨਾਨਕੇ ਪਿੰਡ ਜਾਂਦੇ ਨੇ ਜਾਂ ਸਕੂਲ ਦੇ ਵਿੱਚ ਜਾਂਦੇ ਨੇ, ਉਹਨਾਂ ਨੂੰ ਉੱਥੇ ਛੇਕਿਆ ਜਾਂਦਾ ਹੈ।
ਤੇ ਇਸ ਤਰ੍ਹਾਂ ਦਾ ਅਹਿਸਾਸ ਮੈਨੂੰ ਲੱਗਦਾ ਪੰਜਾਬੀ ਪੋਇਟਰੀ ਦੇ ਵਿੱਚ ਕਿਸੇ ਕਵੀ ਕੋਲ ਨਹੀਂ ਹੈਗਾ। ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਇੱਥੇ ਜਿਹੜਾ ਉਹ ਅਸਲ 'ਚ ਹਾਸ਼ੀਆ ਕ੍ਰਿਤਾਂ ਦੇ ਕਵੀ ਨੇ। ਕਿਸੇ ਖਾਸ ਲਹਿਰ ਨੇ ਤਾਂ ਲੋੜ ਸੀ ਲਹਿਰ ਨੂੰ, ਉਹਨਾਂ ਨੇ ਉਸ ਨੂੰ ਕੋਟ ਕੀਤਾ ਕਿ ਉਹ ਜੁਝਾਰਵਾਦੀ ਕਵੀ ਨੇ, ਪਰ ਉਹ ਹਾਸ਼ੀਆਕ੍ਰਿਤ ਲੋਕਾਂ ਨੂੰ ਜ਼ਿਆਦਾ ਪੇਸ਼ ਕਰਦੇ ਨੇ। ਲਾਲ ਸਿੰਘ ਦਿਲ ਦੀ ਕਵਿਤਾ ਦਾ ਦੂਜਾ ਆਧਾਰ ਲੰਮੀ ਬਿਰਤਾਂਤਕ ਕਵਿਤਾ ਹੈ। ਅੱਜ ਬਿੱਲਾ ਫਿਰ ਆਇਆ ਲੰਮੀ ਬਿਰਤਾਂਤਕ ਕਵਿਤਾ ਹੈ ਜੋ ਹਾਸ਼ੀਆਕ੍ਰਿਤ ਵਰਗ ਨੂੰ ਕੇਂਦਰ ਵਿੱਚ ਰੱਖ ਕੇ ਹਰੇ ਇਨਕਲਾਬ ਦੇ ਅਤੇ ਅੱਤਵਾਦ ਦੇ ਪਰਿਵਰਤਨ ਨੂੰ ਪੇਸ਼ ਕਰਦੀ ਹੈ। ਹਾਸ਼ੀਆਕ੍ਰਿਤ ਵਰਗਾਂ ਦੇ ਇਹਨਾਂ ਪਰਿਵਰਤਨਾਂ ਦੀ ਪਿੱਠਭੂਮੀ ਵਿੱਚੋਂ ਬਿੱਲਾ ਪ੍ਰਤੀਨਿਧ ਪਾਤਰ ਬਣਦਾ ਹੈ। ਬਿੱਲਾ ਇੱਕ ਪਾਤਰ ਹੈ ਜਿਹੜਾ ਪਿੰਡ ਤੋਂ ਸ਼ਹਿਰ ਜਾਂਦਾ ਹੈ ਅਤੇ ਤਰਖਾਣ ਦਾ ਧੰਦਾ ਅਪਣਾਉਂਦਾ ਹੈ। ਇਹ ਪੂੰਜੀਵਾਦੀ ਢਾਂਚੇ ਦਾ ਇੱਕ ਖਾਸਾ ਰਿਹਾ ਕਿ ਜਿਹੜਾ ਸ਼ਹਿਰਾਂ ਨੇ ਪਿੰਡਾਂ ਨੂੰ ਖਿੱਚਿਆ ਆਪਦੇ ਵੱਲ, ਉਹਦੇ ਵਿੱਚੋਂ ਹੀ ਮਹਿੰਗੀਆਂ ਜ਼ਮੀਨਾਂ ਦਾ ਜਨਮ ਹੋਇਆ। ਉਹਦੇ ਵਿੱਚੋਂ ਹੀ ਜਿਨ੍ਹਾਂ ਲੋਕਾਂ ਨੇ ਸ਼ਹਿਰਾਂ ਦੇ ਵਿੱਚ ਸ਼ਿਫਟ ਹੋਣ ਦੀ ਕੋਸ਼ਿਸ਼ ਕੀਤੀ, ਉਹਦੇ ਵਿੱਚੋਂ ਹੀ ਲੋਕਾਂ ਨੂੰ ਕਰਜ਼ੇ ਦੇ ਕੇ ਜਾਂ ਮਹਿੰਗੀਆਂ ਕੀਮਤਾਂ 'ਤੇ ਰਹਿਣ ਦੇ ਲਈ ਮਜਬੂਰ ਹੋਣਾ ਪਿਆ। ਉਹਦੇ ਵਿੱਚ ਇੱਕ ਕਵਿਤਾ ਹੈਗੀ ਆ ਲਾਲ ਸਿੰਘ ਦਿਲ ਦੀ ਕਿ ਕਨਫੈਸ਼ਨ ਹੈ ਕਿ ਇਸ ਵਿੱਚ ਸ਼ੱਕ ਨਹੀਂ ਕਿ ਜੀਵਨ ਇੰਨੇ ਡੂੰਘੇ ਟੋਇਆਂ ਦੇ ਵਿੱਚ ਡਿੱਗ ਪਿਆ ਹੈ ਕਿ ਬੇਹੋਸ਼ ਹੈ। ਇਸ ਤਰ੍ਹਾਂ ਦਾ ਕਨਫੈਸ਼ਨ, ਇਸ ਤਰ੍ਹਾਂ ਦੀ ਸਥਿਤੀ ਨੂੰ ਸਵੀਕਾਰ ਕਰਨਾ, ਇਹ ਆਪਣੇ ਆਪ 'ਚ ਇੱਕ ਹਾਸ਼ੀਆਕ੍ਰਿਤ ਲੁਕਾਈ ਦਾ ਪ੍ਰਵਚਨ ਬਣਦਾ ਹੈ। ਕਵੀ ਦਲਿਤ ਵਰਗ ਦੇ ਯਥਾਰਥ ਦੀ ਜਲਤਾ ਨੂੰ ਪੇਸ਼ ਕਰਨ ਲਈ ਸੁਪਨੇ ਦੀ ਵਿਧੀ ਨੂੰ ਅਪਣਾਉਂਦਾ ਹੈ। ਵੱਖ-ਵੱਖ ਸੁਪਨਿਆਂ ਦੇ ਰਾਹੀਂ ਉਹ ਜ਼ਿਕਰ ਛੇੜਦੇ ਨੇ। ਇੱਕ ਮਾਛੀਵਾੜੇ ਨਾਲ ਸੰਬੰਧਿਤ ਕਵਿਤਾ ਹੈ, ਉਹਦੇ ਵਿੱਚ ਤੁਸੀਂ ਜਦੋਂ ਪੰਜਾਬ ਦੀ ਪਹਿਲੀਆਂ ਕਵਿਤਾਵਾਂ ਦੇ ਵਿੱਚ ਮਾਛੀਵਾੜਾ ਕਵਿਤਾ ਹੈਗੀ ਆ, ਉਹਦੇ ਵਿੱਚ ਨਸ਼ੇ ਦਾ ਜ਼ਿਕਰ ਹੈ। ਪਰ ਜਿਹੜਾ ਹੁਣ ਤੇ ਬਿੱਲਾ ਫਿਰ ਆਇਆ, ਉਹਦੇ ਵਿੱਚ ਜਿਹੜਾ ਨਸ਼ੇ ਦਾ ਜ਼ਿਕਰ ਹੈ, ਉਹ ਨਾਲ ਕਹਿੰਦੇ ਨੇ ਕਿ ਸਿੰਥੈਟਿਕ ਡਰੱਗ ਅਸੀਂ ਬਣਾਉਣਾ ਚਾਹੁੰਦੇ ਹਾਂ। ਜਿਹੜੇ ਨਸ਼ੇੜੀ ਪਾਤਰ ਨੇ ਉਹ ਨਾਲ ਕੀ ਕਰਦੇ ਨੇ, ਕੁਛ ਵੇਚਣ ਦੇ ਲਈ, ਕੁਛ ਕਮਾਉਣ ਦੇ ਲਈ ਜਿਹੜਾ ਹੈਗਾ ਡਰੱਗ ਅਪਣਾਉਂਦੇ ਨੇ। ਮਾਛੀਵਾੜਾ ਕਵਿਤਾ ਪੂਰੇ ਪੰਜਾਬ ਨੂੰ ਪੇਸ਼ ਕਰਦੀ ਹੈ ਕਿ ਕਿਸ ਤਰ੍ਹਾਂ ਦਾ ਬਦਲਾਅ ਹੈ, ਜਿਹੜਾ ਲੋਕਾਂ ਦੇ ਕਿੱਤਿਆਂ ਦੇ ਵਿੱਚ ਕਿਸ ਤਰ੍ਹਾਂ ਦਾ ਬਦਲਾਅ ਹੈ ਅਤੇ ਲੋਕ ਕਿੱਥੇ ਕਿਵੇਂ ਜੀਵਨ ਜਿਉਣ ਦੇ ਲਈ ਢੰਗ ਤਰੀਕੇ ਅਪਣਾਉਂਦੇ ਨੇ। ਪੂੰਜੀਵਾਦੀ ਪ੍ਰਬੰਧ 'ਚ ਇਹ ਸਵਾਲ ਗੰਭੀਰਤਾ ਦੀ ਮੰਗ ਕਰਦਾ ਹੈ ਕਿ ਜਿਨ੍ਹਾਂ ਵਰਗਾਂ ਨੂੰ ਸੋਝ ਵੀ ਹੁਣੇ ਕਰ ਦਿੱਤਾ ਗਿਆ ਹੈ, ਉਹ ਸੋਝਾਤਮਕ ਰੁਚੀਆਂ ਦੀ ਪੂਰਤੀ ਕਿਵੇਂ ਕਰਨ। ਇਹਨਾਂ ਸਥਿਤੀਆਂ ਵਿੱਚ ਇਹ ਧਿਰਾਂ ਆਪਣੇ ਨੈਤਿਕਤਾ, ਸਮਾਜ ਅਤੇ ਆਰਥਿਕ ਸੰਤੁਲਨ ਨੂੰ ਗਵਾ ਕੇ ਕੁਰਾਹੇ ਪੈਣ ਦੀ ਤਦਾਦ 'ਤੇ ਹਨ। ਪੂੰਜੀਵਾਦੀ ਪ੍ਰਬੰਧ ਦਾ ਇਹ ਤਿਲਿਸਮੀ ਖਾਸਾ ਰਿਹਾ ਹੈ ਕਿ ਬੰਦੇ ਨੇ ਪਿੰਡਾਂ ਤੋਂ ਸ਼ਹਿਰਾਂ ਦੇ ਵਿੱਚ ਪਰਿਵਰਤਨ ਤਾਂ ਕੀਤਾ, ਪਰ ਸ਼ਹਿਰਾਂ ਦੇ ਵਿੱਚ ਜਿਹੜੀ ਉਹਨਾਂ ਦੀ ਹਾਲਤ ਸੀ ਉਹ ਕੋਈ ਬਹੁਤੀ ਜਿਹੜੀ ਹੈਗੀ ਆ ਸੰਤੋਖਜਨਕ ਨਹੀਂ ਹੈਗੀ। ਇਸ ਆਧਾਰ ਦੇ 'ਤੇ ਇੱਕ ਸਵਾਲ ਹੋਰ ਹੈ ਕਿ ਪਬਲਿਕ ਸਕੂਲਾਂ ਵਿੱਚ ਭੱਜਦੀ ਜਾ ਰਹੀ ਸ਼ਹਿਰ ਦੀ ਵਸੋਂ ਅਤੇ ਕੰਮ ਕਿੱਥੇ ਨੇ। ਸ਼ਹਿਰ ਸਭ ਨੂੰ ਕੰਮ ਨਹੀਂ ਦੇ ਸਕਦੇ। ਪ੍ਰੋਫੈਸਰ ਸੁਖਪਾਲ ਸਿੰਘ ਦੀ ਇੱਕ ਰਿਪੋਰਟ ਆਈ ਹੈ, ਉਹਦੇ ਵਿੱਚ ਡਾਕਟਰ ਸਰਬਜੀਤ ਸਿੰਘ ਨੇ ਇੱਕ ਪਹਿਲਾਂ ਭੂਮਿਕਾ ਲਿਖੀ ਤੇ ਬਿੱਲਾ ਫਿਰ ਆਇਆ। ਉਹਦੇ ਵਿੱਚ ਗੱਲਾਂ ਕੀਤੀਆਂ ਨੇ ਕਿ ਵੀ ਜਿਹੜੇ ਹਾਸ਼ੀਆਕ੍ਰਿਤ ਲੋਕ ਨੇ ਅਤੇ ਕਿਸਾਨ ਲੋਕ ਨੇ ਬਰਾਬਰ ਮਰ ਰਹੇ ਨੇ। ਇਹ 2009 ਦੀ ਭੂਮਿਕਾ ਹੈਗੀ ਆ, ਪਰ ਪ੍ਰੋਫੈਸਰ ਸੁਖਪਾਲ ਸਿੰਘ ਦੀ ਰਿਪੋਰਟ ਹੈ ਜਿਹੜੀ, ਉਹਦੇ ਵਿੱਚ ਡਾਟਾ ਇਸ ਤਰ੍ਹਾਂ ਦਾ ਕਿ 53% ਲੋਕ ਨੇ ਜਿਹੜੇ ਉਹ ਹਾਸ਼ੀਆਕ੍ਰਿਤ ਲੋਕ ਨੇ ਜਿਹੜੇ ਖੁਦਕੁਸ਼ੀਆਂ ਕਰ ਰਹੇ ਨੇ। ਉਹਦੇ ਵਿੱਚੋਂ 77% ਲੋਕ ਨੇ ਜਿਹੜੇ ਖੁਦਕੁਸ਼ੀਆਂ ਕਰਨ ਵਾਲੇ ਉਹ ਕਰਜ਼ਾ ਨਾ ਮੋੜਨ ਕਰਕੇ ਜਾਂ ਕਿਹੜੇ ਨੇ ਜਿਹੜੀ ਜ਼ਮੀਨਾਂ ਨਾ ਹੋਣ ਕਰਕੇ, ਜੀਵਨ ਔਖਾ ਹੋਣ ਕਰਕੇ ਖੁਦਕੁਸ਼ੀਆਂ ਕਰਦੇ ਨੇ। ਇਸ ਆਧਾਰ 'ਤੇ ਮੈਂ ਲਾਸਟ ਦੇ ਵਿੱਚ ਇੱਕ ਸਵਾਲ ਹੋਰ ਇਸ ਕਵਿਤਾ ਦੇ ਆਧਾਰ 'ਤੇ ਕਰਨਾ ਚਾਹੁੰਦਾ ਕਿ ਹੁਣ ਪੱਛਮੀ ਮੁਲਕਾਂ ਦੇ ਵਿੱਚ ਇੱਕ ਰਿਪੋਰਟ ਆਈ ਹੈ ਕਿ ਡਰੋਨ ਦੇ ਰਾਹੀਂ ਜਿਹੜਾ ਹੈਗਾ ਸਮਾਨ ਵਸਤਾਂ ਨੇ ਜਿਹੜੀਆਂ ਉਹ ਲੋਕੇਟ ਹੁੰਦੀਆਂ ਨੇ, ਘਰੇ ਆਪਣੇ ਆਪ ਆ ਜਾਂਦੀਆਂ ਨੇ ਕੋਡ ਭਰ ਕੇ, ਅਤੇ ਉਹਦੇ ਆਧਾਰ 'ਤੇ ਇੱਕ ਡਾਟਾ ਆਇਆ ਕਿ 2050 ਤੱਕ ਸਿਰਫ 22% ਜਿਹੜਾ ਹੈਗਾ ਮਨੁੱਖੀ ਕਿਰਤ ਸ਼ਕਤੀ ਦਾ ਪ੍ਰਯੋਗ ਹੋਇਆ ਕਰੂਗਾ, ਜਿਹੜਾ ਹੁਣ 72% ਹੈ। ਇਹਨਾਂ ਆਧਾਰਾਂ ਦੇ ਉੱਤੇ ਕੁਝ ਹੋਰ ਲੋਕ ਨੇ ਜਿਹੜੇ ਹਾਸ਼ੀਏ 'ਤੇ ਚਲੇ ਜਾਣਗੇ। ਉਸ ਹਾਸ਼ੀਆਗ੍ਰਿਤ ਸਥਿਤੀ ਨੂੰ ਲਾਲ ਸਿੰਘ ਦੀ ਕਵਿਤਾ ਦੇ ਰਾਹੀਂ ਕਿਸ ਤਰ੍ਹਾਂ ਦੇਖ ਸਕਦੇ ਹਾਂ। ਮੈਂ ਸਾਰਿਆਂ ਦਾ ਧੰਨਵਾਦ ਕਰਦਾ।